ਜਿਹੜੀਆਂ ਇਹ ਤਕਰੀਰਾਂ ਮਰਦੇ ਨੇ ਵੀ ਦਿੱਲੀ ਢਾਹ ਦੇਣੀ 26 ਨੂੰ ਜਾ ਕੇ ਕੋਈ ਹਮਲਾ ਨਹੀਂ ਕਰਨਾ ਦਿੱਲੀ 'ਤੇ, ਅਟੈਕ ਨਹੀਂ ਕੋਈ ਕਰਨਾ ਜਾ ਕੇ। ਇਸ ਕਰਕੇ ਵੀ ਇਹ ਤਾਂ ਸਰਕਾਰ ਭਾਲਦੀ ਹੈ, ਇਹ ਸਰਕਾਰ ਭਾਲਦੀ ਹੈ ਵੀ ਇਹ ਜਿਹੜੇ ਪੰਜਾਬ ਵਾਲੇ ਲੋਕ ਨੇ ਜੇ ਐਡੇ ਵੱਡੇ ਇਕੱਠ ਨੇ ਲਿਆਂਦਾ ਇਹ ਕਦੋਂ ਹਿੰਸਕ ਹੋਣ। ਇੱਕ ਭੀੜ ਹੁੰਦੀ ਹੈ, ਇੱਕ ਫੌਜ ਹੁੰਦੀ ਹੈ। ਜੇ ਇਹ ਵੱਡਾ ਇਕੱਠ ਜਾਬਤੇ ਜਾ ਜਾਵੇ ਤਾਂ ਇਹਦੇ ਵਰਗਾ ਮਾਹਰ ਕੋਈ ਨਹੀਂ। ਜੰਗ ਜਿੱਤਣੀ ਕੋਈ ਔਖੀ ਨਹੀਂ ਹੁੰਦੀ, ਜਾਬਤਾ ਰੱਖਣਾ ਬਹੁਤ ਔਖਾ ਹੁੰਦਾ। ਜੰਗ ਜਿੱਤੀ ਜਾਂਦੀ ਹੈ ਜੇ ਜਾਬਤਾ ਨਾ ਹੋਵੇ, ਜਿੱਤੀਆਂ ਹੋਈਆਂ ਜੰਗਾਂ ਹਾਰ ਜਾਂਦੇ ਨੇ ਲੋਕ। ਇਸ ਕਰਕੇ ਇਹ ਜਾਬਤਾ ਰੱਖਣਾ ਬਹੁਤ ਜ਼ਰੂਰੀ ਹੈ। ਇਹ ਨਹੀਂ ਵੀ ਅਸੀਂ ਵੀ ਗਾਂਧੀਵਾਦੀ ਹਾਂ, ਅਸੀਂ ਲੜਦੇ ਹਾਂ, ਸੰਘਰਸ਼ ਕਰਦੇ ਹਾਂ, ਟੱਕਰਾਂ ਨੇ ਸਾਡੇ ਬਥੇਰੀ ਵਾਰੀ ਗੋਲੀ ਚੱਲਿਆ, ਬੰਦੇ ਵੀ ਮਰੇ। ਐਂ ਨਹੀਂ ਵੀ ਅਸੀਂ ਕਰਦੇ ਨਹੀਂ, ਪਰ ਇਸ ਘੋਲ ਦੇ ਵਿੱਚ ਸਾਨੂੰ ਉਹਨਾਂ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ ਨਾਲ ਚੱਲਣਾ ਪਊਗਾ, ਆਪਦੀ ਸੁਰ ਮਿਲਾ ਕੇ। ਇਹਦੇ 'ਚ ਹੀ ਸਾਡੀ ਜਿੱਤ ਹੈ। ਇਹ ਬਹੁਤ ਵੱਡੀ ਲੜਾਈ ਹੈ, ਇੱਕ ਸਾਮਰਾਜੀ ਸਿਸਟਮ ਨਾਲ ਟੱਕਰ ਹੈ, ਇੱਕ ਵੱਡੀ ਤਾਕਤ ਨਾਲ ਟੱਕਰ ਹੈ। ਨੀਤੀਆਂ ਮੋੜਨੀਆਂ ਨੇ, ਇਹਨੂੰ ਛੋਟੀਆਂ ਗੱਲਾਂ, ਜੇ ਕਿਸੇ ਨੇ ਇਹਨੂੰ ਛੋਟੀ ਗੱਲ ਆਂਗੀ ਉਹ ਧੋਖੇ 'ਚ ਹੈ। 26 ਨੂੰ ਫਿਰ ਤੁਹਾਡਾ ਕੀ ਆ, ਤੁਸੀਂ ਕੀ ਸੋਚਦੇ ਹੋ? 26 ਨੂੰ ਹੋਣਾ ਕੀ ਚਾਹੀਦਾ, ਕਿੱਥੋਂ ਤੱਕ ਜਾਣਾ ਚਾਹੀਦਾ? ਕੀ ਜੇ ਰੋਕਦੀ ਆ ਪੁਲਿਸ, ਉਹ ਬੈਰੀਗੇਡ ਤੋੜਨੇ ਚਾਹੀਦੇ ਆ ਜਾਂ ਉੱਥੇ ਹੀ ਬੈਠਣਾ? ਤੁਸੀਂ ਕੀ ਸੋਚਦੇ? 500 ਜਥੇਬੰਦੀ 'ਚ ਕਿਸੇ ਦੀ ਇੱਛਾ ਨਾਕਾ ਤੋੜਨ ਨੂੰ ਕਰਦੀ ਹੈ, ਕਿਸੇ ਦੀ ਇੱਛਾ ਪਰੇਡ ਗਰਾਊਂਡ ਜਾਣ ਨੂੰ ਕਰਦੀ ਹੈ, ਕਿਸੇ ਦੀ ਇੱਛਾ ਮਾਰਚ ਕਰਨ ਨੂੰ ਕਰਦੀ ਹੈ। ਇੱਛਾ ਨਹੀਂ ਇੱਥੇ ਚੱਲਦੀ। ਘੋਲ ਦੇ ਪੱਖ 'ਚ ਕੀ ਹੈ, ਘੋਲ ਦੇ ਹਿੱਤ 'ਚ ਕੀ ਹੈ, ਲੋਕਾਂ ਦੇ ਹਿੱਤ 'ਚ ਕੀ ਹੈ, ਇਹ 'ਤੇ ਬਹਿਸ ਹੋ। ਇਹ 'ਤੇ ਬਹਿਸ ਹੋ ਕੇ ਜਿਹੜੀ ਗੱਲ ਨਿਤਰੂਗੀ ਉਹ ਸਾਨੂੰ ਸਾਡੀ ਮਰਜ਼ੀ ਹੋਵੇ ਭਾਵੇਂ ਨਾ ਹੋਵੇ। ਅਸੀਂ ਚਾਹੁੰਦੇ ਹੋਈਏ ਨਾਕਾ ਤੋੜਨ, ਅਸੀਂ ਫਿਰ ਵੀ ਨਹੀਂ ਤੋੜ ਸਕਦੇ, ਕਿਉਂਕਿ ਅਸੀਂ ਜੇ ਇੱਕ ਇਕੱਠੇ ਰੱਖਣਾ। ਜੇ ਹੁਣ ਤੁਹਾਡੀ ਅਤੇ ਮੇਰੀ ਸੁਰ ਮਿਲਾਉਣੀ ਹੈ ਤਾਂ ਮੈਨੂੰ ਤੁਹਾਡੇ ਮੁਤਾਬਕ ਕੁਛ, ਤੁਹਾਨੂੰ ਮੇਰੇ ਮੁਤਾਬਕ ਕੁਛ ਨਾ ਕੁਛ ਢਲਣਾ ਪਊਗਾ। ਇਹ ਜਥੇਬੰਦੀਆਂ ਦੇ ਕਾਇਦੇ ਕਾਨੂੰਨ ਨੇ, ਇਹ ਅਸੂਲ ਨੇ। ਯਾਨੀ ਮੋਦੀ ਹੁਕੂਮਤ ਦੇ ਮੰਤਰੀ ਨੂੰ ਕਹਿਣਾ ਪੈ ਗਿਆ, ਅੱਜ ਵੀ ਉਹਨਾਂ ਨੇ ਕਿਹਾ ਵੀ ਤੁਹਾਡੀ ਮੈਂ ਸ਼ਲਾਘਾ ਕਰਦਾ ਇਸ ਗੱਲ ਦੀ ਵੀ ਤੁਸੀਂ ਜਿੰਨਾ ਪੀਸਫੁਲ ਇਸ ਅੰਦੋਲਨ ਨੂੰ ਚਲਾਇਆ। ਇਸ ਅੰਦੋਲਨ ਦੀ ਸਰਕਾਰ ਦੇ ਉੱਤੇ ਬਹੁਤ ਵੱਡੀ ਦਾਅ ਹੈ। ਬੀਜੇਪੀ ਦੀ ਗੱਲ ਛੇੜਤੀ, ਮੇਰੇ ਤਾਂ ਦਿਮਾਗ 'ਚੋਂ ਨਿਕਲਿਆ ਪਿਆ ਸੀ। ਬੀਬੀ ਹੇਮਾ ਮਾਲਿਨੀ ਕਹਿੰਦੀ ਇਹਨਾਂ ਨੂੰ ਏਜੰਡੇ ਨਹੀਂ ਪਤਾ। ਚਲੋ ਅਸੀਂ ਬੀਬੀ ਨੂੰ ਪੁੱਛ ਲਾਂਗੇ ਵੀ ਤੈਨੂੰ ਤਾਂ ਪਤਾ ਹੋ ਸਾਡੇ ਏਜੰਡੇ ਦਾ, ਸਾਨੂੰ ਤਾਂ ਦੱਸ ਜਾ। ਤੂੰ ਇੱਕ ਦਿਨ ਆ ਕੇ ਇੱਥੇ ਮਾੜਾ ਜਿਹਾ ਇਕੱਠ 'ਚ ਕਹੀਂ ਵੀ ਬੀਬੀ ਨੂੰ ਕਹਿੰਦੇ ਹੇਮਾ ਮਾਲਿਨੀ ਸਾਡੀ ਸਟੇਜ ਦੇ ਦਾਂਗੇ ਉਹਨੂੰ ਵੀ ਇੱਥੇ ਕਹਿ ਕੇ ਜਾਈ ਤੁਸੀਂ ਸਾਨੂੰ ਭਾਈ ਕਾਕਾ ਏਜੰਡੇ ਦਾ ਨਹੀਂ ਪਤਾ, ਸਮਝਾ ਜਿਓ। ਤੁਸੀਂ ਨਹੀਂ ਦੇਖੀਆਂ ਆਪਦੇ ਦੌਰ 'ਚ ਉਹਨਾਂ ਦੀਆਂ ਫਿਲਮਾਂ? ਮੈਂ ਨਹੀਂ ਦੇਖੀ ਕਦੇ ਹੇਮਾ ਮਾਲਿਨੀ ਦੀ ਪਹਿਲਾਂ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। 9 ਗੇੜ ਹੋ ਗਏ, 9 ਵਾਰੀ ਸਰਕਾਰ ਦੇ ਨਾਲ ਗੱਲਬਾਤ ਹੋ ਗਈ, ਪਰ ਇਹ ਸਾਡੇ ਲੀਡਰਾਂ ਦਾ ਸਟੈਂਡ ਤੇ ਸਪਸ਼ਟਤਾ ਹੀ ਆ ਕਿ ਅੱਜ ਤੱਕ ਉਹ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਹ ਉਸੇ ਗੱਲ ਤੇ ਖੜੇ ਆ, ਉਸ ਗੱਲ ਨੂੰ ਲੈ ਕੇ, ਆਪਦੀ ਮੰਗ ਨੂੰ ਲੈ ਕੇ ਡਟੇ ਹੋਏ ਆ। 9ਵੇਂ ਗੇੜ ਦੀ ਗੱਲਬਾਤ ਖਤਮ ਹੋਣ ਤੋਂ ਬਾਅਦ ਹੁਣ ਇੱਕ ਅਗਲੀ ਤਰੀਕ ਆ ਜਿਹੜੀ ਉਹ ਜ਼ਰੂਰ ਆ, ਪਰ ਉਹ ਤੋਂ ਪਹਿਲਾਂ ਵੀ ਬਹੁਤ ਕੁਛ ਆ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ। ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਨੇ ਜਿਹੜੇ ਕਿ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਉਗਰਾਹਾਂ ਨੂੰ ਚਲਾਉਂਦੇ ਆ। ਉਗਰਾਹਾਂ ਸਾਹਿਬ, ਪਹਿਲਾਂ ਤਾਂ ਠੀਕ ਆ, ਵੈਸੇ ਤਾਂ ਸਾਰਿਆਂ ਨੇ ਹੁਣ ਦੱਸ ਹੀ ਦਿੱਤਾ ਵੀ ਮੀਟਿੰਗ ਦੇ ਵਿੱਚ ਕੀ ਕੁਛ ਹੋ ਨਿਬੜਿਆ। ਜਿਵੇਂ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਹਿ ਕੇ ਗਏ ਸੀ ਵੀ ਬਸ ਉਹ ਆਸ ਜਿਵੇਂ ਸੀਗੀ ਉਹੀ ਸਾਰਾ ਕੁਛ ਹੀ ਹੋਇਆ। ਹਾਂ ਪਹਿਲਾਂ ਹੀ ਪਤਾ ਹੁੰਦਾ ਸਾਨੂੰ, ਕਿਉਂਕਿ ਸਾਨੂੰ ਤਾਂ ਇਹ ਅਗਲੀ ਮੀਟਿੰਗ ਦਾ ਵੀ ਪਤਾ ਹੈ। ਅਗਲੀ ਮੀਟਿੰਗ ਵਿੱਚ ਵੀ ਕੁਛ ਨਹੀਂ ਹੋਣਾ, ਪੇਸ਼ੀ ਭੁਗਤ ਕੇ ਮੁੜਨ ਦਾ, ਕਿਉਂਕਿ ਅਸਲ 'ਚ ਉਹਨਾਂ ਦੇ ਰਵੱਈਏ ਦਾ ਪਤਾ ਲੱਗ ਜਾਂਦਾ ਵੀ ਉਹ ਖੜੇ ਕਿੱਥੇ ਹੈ। ਅਸਲ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਤੋਮਰ ਸਾਹਿਬ ਹੈ, ਤੋਮਰ ਸਾਹਿਬ ਦੇ ਕਾਨੂੰਨ ਦੇ ਪਿਛਲੇ ਪਾਸੇ ਕੋਈ ਪਾਵਰ ਬੈਠੀ ਆ, ਜਿਹੜੀ ਪਾਵਰ ਉਹਨਾਂ ਨੂੰ ਇਜਾਜ਼ਤ ਨਹੀਂ ਦੇ ਰਹੀ ਕੁਛ ਕਰਨ ਦੀ, ਜਿਹੜੀ ਉਹਨਾਂ ਨੂੰ ਅਖਤਿਆਰ ਨਹੀਂ ਦੇ ਰਹੀ ਵੀ ਤੁਸੀਂ ਇੱਥੇ ਕੀ ਬੋਲ ਕੇ ਆਓ। ਉਹ ਪਾਵਰ ਨੇ ਇਹਨਾਂ ਦੇ ਹੱਥ ਰੋਕੇ ਹੋਇਆ। ਵੈਸੇ ਤਾਂ ਕਨਵਿੰਸ ਹੋ ਜਾਂਦੇ ਆ ਬਹੁਤ ਉਹ, ਅਤੇ ਚੰਗੀ ਗੱਲ ਕਰਦੇ ਆ, ਪਰ ਜਿਹੜੀ ਬੈਠੇ ਨੇ ਜਿਵੇਂ ਮੋਦੀ ਸਾਹਿਬ ਨੇ, ਅਮਿਤ ਸ਼ਾਹ ਨੇ, ਉਹਨਾਂ ਨੇ ਪਾਵਰਾਂ ਮੈਨੂੰ ਲੱਗਦਾ ਵੀ ਆਪਣੇ ਕੋਲ ਰੱਖੀਆਂ ਹੋਈਆਂ। ਮਤਲਬ ਆਉਂਦੇ ਤਾਂ ਹੈਗੇ ਆ ਪਰ ਪਿਛਲੇ ਨਹੀਂ ਮੰਨਦੇ ਜਿਹੜੇ ਮਗਰ। ਹਾਂ ਉਹ ਪਿਛਲੇ ਨਹੀਂ ਮੰਨਦੇ। ਫਿਰ ਉਹ ਜਿੰਨੀ ਕੁ ਗੱਲ ਉੱਥੋਂ ਆਗਿਆ ਹੁੰਦੀ ਹੈ ਉਨੀ ਕੀ ਕਹਿੰਦੇ ਆ, ਉਦੋਂ ਕਹਾਂ ਉਹ ਕਹਿ ਨਹੀਂ ਸਕਦੇ। ਅਸੀਂ ਕਿਹਾ ਸੀ ਵੀ ਅਸਲ ਤੁਸੀਂ ਤਾਂ ਕਰਨਾ ਚਾਹੁੰਦੇ ਹੋ, ਤੁਹਾਡੇ ਪਿੱਛੇ ਪਾਵਰ ਹੈ ਜਿਹੜੀ ਹੋਣ ਨਹੀਂ ਦਿੰਦੀ। 26 ਨੂੰ ਲੈ ਕੇ ਬਹੁਤ ਚਰਚਾ ਪੰਜਾਬ ਦੇ ਵਿੱਚ, ਟਰੈਕਟਰ ਵੀ ਤਿਆਰ ਹੋ ਰਹੇ ਆ। ਇਹ ਸਮਝਾਉਣ 'ਚ ਫਰਕ ਰਹਿ ਗਿਆ, ਕਿਉਂਕਿ ਜਥੇਬੰਦੀਆਂ ਹੁਣ ਕਹਿ ਰਹੀਆਂ ਵੀ ਬਹੁਤ ਟਿਕਾ ਨਾਲ ਚੱਲਣਾ, ਸਬਰ ਨਾਲ ਚੱਲਣਾ, ਪਰ ਲੋਕ ਤਿਆਰੀ ਥੋੜ੍ਹੀ ਜਿਹੀ ਤੱਤੇ ਮਾਹੌਲ ਵਾਲੀ ਵੀ ਖਿੱਚੀ ਬੈਠੇ। ਦੇਖੋ, ਜਿਹੜਾ ਅੰਦੋਲਨ ਚੱਲਦਾ ਹੁੰਦਾ ਉਹ ਅੰਦੋਲਨ ਚਲਾਉਣਾ ਹੁੰਦਾ ਅਗਵਾਈ ਕਰਨ ਵਾਲੀ ਟੀਮ ਨੇ। ਜਿਹੜਾ ਅੰਦੋਲਨ ਦੇ ਵਿੱਚ ਪੋਜੀਸ਼ਨਾਂ ਲੈਣੀਆਂ ਹੁੰਦੀਆਂ ਨੇ ਉਹ ਲੈਣੀਆਂ ਨੇ ਲੋਕਾਂ ਦੀਆਂ ਭਾਵਨਾ ਦੇ ਮੁਤਾਬਕ, ਬੁੱਝ ਕੇ, ਹਾਲਤਾਂ ਨੂੰ ਬੁੱਝ ਕੇ, ਸਰਕਾਰ ਦੀ ਹਾਲਤ ਨੂੰ ਬੁੱਝ ਕੇ, ਆਪਦੀ ਹਾਲਤ ਨੂੰ ਬੁੱਝ ਕੇ। ਸਾਡਾ ਇਹ ਅੰਦੋਲਨ ਜੇ ਵੱਡਾ ਹੋਇਆ ਅੰਦੋਲਨ,
ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਇਹ ਪੀਸਫੁਲ ਰਿਹਾ ਹੈ। ਇਹ ਪੀਸਫੁਲ ਰਹਿਣ ਨਾਲ ਇਹਨੇ ਸਾਰੇ ਲੋਕਾਂ ਨੂੰ ਕਲਾਵੇ 'ਚ ਲੈ ਲਿਆ। ਇਹਦੀ ਇੱਕ ਪ੍ਰਚਲਿਤ ਗੱਲ ਹੈ ਵੀ ਇਹ ਐਡਾ ਵੱਡਾ ਅੰਦੋਲਨ ਐਡੀ ਵੱਡੀ ਗਿਣਤੀ 'ਚ ਇੰਨੀ ਠੰਡ 'ਚ ਇੰਨਾ ਚਿਰ ਤੱਕ ਲੋਕਾਂ ਨੂੰ ਬਿਠਾ ਕੇ ਰੱਖਣਾ ਬਹੁਤ ਔਖਾ ਹੈ। ਇਸ ਹਾਲਤ ਨੇ ਜਿਹੜੀ ਸਾਨੂੰ ਜਿਹੜਾ ਸਹਿਯੋਗ ਹੈ, ਪਿਆਰ ਸਨਮਾਨ ਸਤਿਕਾਰ ਹੈ, ਘੋਲ ਦਾ ਇਹਨੂੰ ਮਿਲਿਆ। ਜਾਣੀ ਮੋਦੀ ਹੁਕੂਮਤ ਦੇ ਮੰਤਰੀ ਨੂੰ ਕਹਿਣਾ ਪੈ ਗਿਆ। ਅੱਜ ਵੀ ਉਹਨਾਂ ਨੇ ਕਿਹਾ ਵੀ ਤੁਹਾਡੀ ਮੈਂ ਸ਼ਲਾਘਾ ਕਰਦਾ ਇਸ ਗੱਲ ਦੀ ਵੀ ਤੁਸੀਂ ਜਿੰਨਾ ਪੀਸਫੁਲ ਇਸ ਅੰਦੋਲਨ ਨੂੰ ਚਲਾਇਆ। ਇਸ ਅੰਦੋਲਨ ਦੀ ਸਰਕਾਰ ਦੇ ਉੱਤੇ ਬਹੁਤ ਵੱਡੀ ਦਾਅ ਹੈ। ਜਿਹੜੀ ਸਰਕਾਰ ਕਦੇ ਕਿਸੇ ਦੇ ਮੂਹਰੇ ਨਹੀਂ ਝੁਕਦੀ, ਉਹ ਸਰਕਾਰ ਚਲੋ ਇਹ ਗੱਲ ਵੱਖਰੀ ਹੈ ਵੀ ਉਹ ਕਾਨੂੰਨ ਵਾਲੀ ਗੱਲ ਮੰਨੀ ਨਹੀਂ, ਪਰ ਦਾਅ ਹੈਗੀ ਉਹਦੇ 'ਤੇ। ਜਿਹੜਾ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਉਹ ਗੱਲ ਕਰਨੀ ਪੈ ਰਹੀ ਹੈ। ਇਸ ਕਰਕੇ ਜਥੇਬੰਦੀਆਂ ਦਾ ਇਹ ਫੈਸਲਾ ਹੈ ਵੀ ਇਹ ਅੰਦੋਲਨ ਨੂੰ ਜਿੰਨਾ ਚਿਰ ਆਪਣੇ ਅੰਦੋਲਨ ਇਹ ਕਾਰਗਰ ਹੈ, ਇਹ ਦਾਅ ਬਣੀ ਹੋਈ ਹੈ, ਉਹਨਾਂ ਚਿਰ ਆਪਾਂ ਅੰਦੋਲਨ ਤਾਂ ਕਰਾਂਗੇ, ਪਰ ਘੋਲ ਦੀਆਂ ਫਰਮਾਂ ਵੱਖ-ਵੱਖ ਹੋਣਗੀਆਂ। ਪੀਸਫੁਲ ਰੱਖਣਾ ਇਹਨੂੰ, ਪੀਸਫੁਲ ਆਪਣਾ ਗਣਤੰਤਰ ਦਿਵਸ ਹੈ ਜਿਹੜਾ ਮਾਰਚ ਕਰਨ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹ ਪੀਸਫੁਲ ਰੱਖਣਾ ਹੈ। ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਭੜਕਾਹਟ, ਕਿਸੇ ਤਰ੍ਹਾਂ ਦੀ ਭੰਨ ਤੋੜ ਜਾਂ ਲਾਲ ਕਿਲ੍ਹੇ 'ਤੇ ਝੰਡਾ ਚੜਾਉਣ ਦੀ ਕੋਈ ਪਲਾਨ ਜਥੇਬੰਦੀਆਂ ਦੀ ਨਹੀਂ ਹੈ, ਨਾ ਹੀ ਉਹਨਾਂ ਦੀ ਪਰੇਡ ਨੂੰ ਕੋਈ ਡਿਸਟਰਬ ਕਰਨ ਦੀ ਹੈ। ਅਸੀਂ ਆਪਣਾ ਵੱਖਰੇ ਤੌਰ 'ਤੇ ਮਾਰਚ ਕਰਨਾ ਹੈ, ਦਿੱਲੀ 'ਚ ਕਰਨਾ ਹੈ, ਕਿੱਥੇ ਕਰਨਾ ਹੈ ਇਹ ਸਾਡਾ ਤੈਅ ਕਰਨਾ ਬਾਕੀ ਹੈ। 17 ਤਰੀਕ ਦੀ ਮੀਟਿੰਗ ਹੈ। ਜਿਹੜੀਆਂ ਲੰਮੀਆਂ ਤਕਰੀਰਾਂ ਇਹ ਤਕਰੀਰਾਂ ਮਰਦੇ ਨੇ ਵੀ ਦਿੱਲੀ ਢਾਹ ਦੇਣੀ ਹੈ 26 ਨੂੰ ਜਾ ਕੇ, ਕੋਈ ਹਮਲਾ ਨਹੀਂ ਕਰਨਾ ਦਿੱਲੀ 'ਤੇ, ਅਟੈਕ ਨਹੀਂ ਕੋਈ ਕਰਨਾ ਜਾ ਕੇ। ਇਸ ਕਰਕੇ ਵੀ ਇਹ ਤਾਂ ਸਰਕਾਰ ਭਾਲਦੀ ਹੈ, ਇਹ ਸਰਕਾਰ ਭਾਲਦੀ ਹੈ ਵੀ ਇਹ ਜਿਹੜੇ ਪੰਜਾਬ ਵਾਲੇ ਲੋਕ ਨੇ ਜੇ ਏਡੇ ਵੱਡੇ ਇਕੱਠ ਨੇ ਲਿਆਂਦਾ, ਇਹ ਕਦੋਂ ਹਿੰਸਕ ਹੋਣ ਅਤੇ ਅਸੀਂ ਕਦੋਂ ਇਹਨਾਂ 'ਤੇ ਆਪਣੀ ਤਾਕਤ ਦੀ ਵਰਤੋਂ ਕਰੀਏ, ਕਿਉਂਕਿ ਇਹ ਇਸ ਖਾਸੇ ਦੇ ਮਾਲਕ ਨੇ। ਧਰਨੇ ਵਾਲੇ ਕੁਛ ਲੀਡਰ ਵੀ ਭਾਲਦੇ ਆ। ਧਰਨੇ ਵਾਲੇ ਲੀਡਰਾਂ ਤਾਂ ਚੱਲ ਆਪਾਂ ਕਾਹਨੂੰ ਕਹਿਣਾ ਕਿਸੇ ਨੂੰ, ਪਰ ਇਹ ਸਰਕਾਰ ਇਹ ਕੰਮ ਭਾਲਦੀ ਹੈ। ਸਰਕਾਰ ਇਸ ਕਰਕੇ ਇਹ ਮੌਕਾ ਭਾਲਦੀ ਹੈ ਵੀ ਹਿੰਸਕ ਹੀ ਕਦੋਂ ਹੋਣ ਇਹਨਾਂ ਕੋਲੇ, ਕਿਉਂਕਿ ਤਾਕਤ ਇਹ ਤਾਂ ਆਪਾਂ ਨੂੰ ਮੰਨਣਾ ਪੈਣਾ ਵੀ ਸਰਕਾਰ ਦੇ ਕੋਲੇ ਤਾਕਤ ਜੇ ਬਹੁਤ ਵੱਡੀ ਹੈ। ਅਸੀਂ ਇਸ ਤਾਕਤ ਮੁਕਾਬਲੇ ਦੇ ਨਹੀਂ ਹੋਏ। ਸਰਕਾਰ ਇਹ ਦਾਅ ਭਾਲਦੀ ਹੈ। ਕਦੇ ਦੇਖੋ ਖਾਲਿਸਤਾਨੀ ਕਹਿੰਦੇ ਸਾਨੂੰ, ਕਦੇ ਕਹਿੰਦੀ ਇਹ ਨਕਸਲਵਾੜੀਏ ਨੇ, ਕਦੇ ਕਹਿੰਦੇ ਮਾਓਵਾਦੀਏ ਨੇ, ਕਦੇ ਕਹਿੰਦੇ ਇਹ ਵਿਚਾਲੀਏ ਨੇ, ਕਦੇ ਕਹਿੰਦੇ ਇਹ ਆਪਣੇ ਵੀ ਕਾਂਗਰਸੀਆਂ ਦੇ ਭੇਜੇ ਹੋਏ ਨੇ। ਅੱਜ ਉਹ ਕਾਂਗਰਸ ਵਾਲੇ ਨੂੰ ਚੱਕ ਕੇ ਲੈ ਗਏ ਉੱਥੋਂ। ਇਹ ਦਾਅ ਭਾਲਦੀ ਹੈ, ਮੌਕਾ ਭਾਲਦੀ ਹੈ ਵੀ ਕਦੋਂ ਥੋੜ੍ਹੇ ਜਿਹੇ ਪ੍ਰਪੋਕ ਹੋਣ, ਹਿੰਸਕ ਹੋਣ ਅਤੇ ਇਹਨਾਂ 'ਤੇ ਅਸੀਂ ਦਬਾਅ ਪਾ ਕੇ ਉਹ ਮੋਹਰ ਲਾ ਦਈਏ ਵੀ ਇਹ ਤਾਂ ਭਾਈ ਪਾਕਿਸਤਾਨ ਦੇ ਚੱਕੇ ਹੋਏ ਨੇ, ਇਹ ਤਾਂ ਚੀਨ ਦੇ ਚੱਕੇ ਹੋਏ ਨੇ, ਤਾਂ ਖਾਲਿਸਤਾਨੀਏ ਨੇ। ਉਸ ਤਰ੍ਹਾਂ ਦਾ ਦਾਅ ਭਾਲ ਕੇ ਜ਼ਬਰ ਕਰਨਾ ਚਾਹੁੰਦੀ ਹੈ, ਜਿਹਦਾ ਸਾਨੂੰ ਮੌਕਾ ਨਹੀਂ ਸੀ ਦੇਣਾ ਚਾਹੀਦਾ। ਇਸ ਕਰਕੇ ਅਸੀਂ ਅੰਦੋਲਨ ਨੂੰ ਪੀਸਫੁਲ ਰੱਖ ਰਹੇ ਹਾਂ। ਮੈਂ ਤੁਹਾਡੇ ਅੱਜ ਪੇਜ ਆ ਜਿਹੜਾ ਤੁਹਾਡੀ ਜਥੇਬੰਦੀ ਦਾ, ਭਾਰਤੀ ਯੂਨੀਅਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ, ਉਹਦੇ 'ਚ ਤੁਸੀਂ ਖੁਦ ਲਿਖਦੇ ਹੋ ਵੀ ਬਹੁਤ ਸਬਰ ਦੀ ਜ਼ਰੂਰਤ ਆ। ਇਹ ਦੌਰ ਹੈਗਾ ਕਿ ਅਸੀਂ ਸਬਰ ਤੇ ਤਹੱਲਮ ਦੇ ਨਾਲ ਡਟੇ ਰਹੀਏ। ਇਹ ਪਰਖ ਦਾ ਵੇਲਾ ਹੈ। ਇਹ ਧਰਨਿਆਂ 'ਚ ਬੈਠੇ ਜ਼ਾਬਤਾਬੱਧ ਫੌਜ ਵਾਂਗ ਵਿਹਾਰ ਕਰਨ ਦਾ ਹੈ। ਸਾਨੂੰ ਮਤਲਬ 26 ਤੋਂ ਪਹਿਲਾਂ ਲੱਗ ਰਿਹਾ ਵੀ ਯਾਰ ਬਹੁਤ ਹੁਣ ਵੇਲਾ ਆ ਗਿਆ ਵੀ ਧਿਆਨ ਨਾਲ ਚੱਲਣ ਦਾ ਟਾਈਮ ਆ ਗਿਆ। ਬਿਲਕੁਲ। ਜਿਹੜੀਆਂ ਚੌਬਤੇ 'ਚ ਭੀੜਾਂ ਤੇ ਫੌਜਾਂ 'ਚ ਫਰਕ ਹੁੰਦਾ। ਇੱਕ ਭੀੜ ਹੁੰਦੀ ਹੈ, ਇੱਕ ਫੌਜ ਹੁੰਦੀ ਹੈ। ਜੇ ਇਹ ਵੱਡਾ ਇਕੱਠ ਜ਼ਾਬਤੇ 'ਚ ਆ ਜਾਵੇ ਤਾਂ ਇਹਦੇ ਵਰਗਾ ਮਾਹਰ ਕੋਈ ਨਹੀਂ। ਜੰਗ ਜਿੱਤਣੀ ਕੋਈ ਔਖੀ ਨਹੀਂ ਹੁੰਦੀ, ਜ਼ਾਬਤਾ ਰੱਖਣਾ ਬਹੁਤ ਔਖਾ ਹੁੰਦਾ। ਜੰਗ ਜਿੱਤੀ ਜਾਂਦੀ ਹੈ ਜੇ ਜ਼ਾਬਤਾ ਨਾ ਹੋਵੇ। ਜਿੱਤੀਆਂ ਹੋਈਆਂ ਜੰਗਾਂ ਹਾਰ ਜਾਂਦੇ ਨੇ ਲੋਕ। ਇਸ ਕਰਕੇ ਇਹ ਜ਼ਾਬਤਾ ਰੱਖਣਾ ਬਹੁਤ ਜ਼ਰੂਰੀ ਹੈ। ਸਾਡੀ ਫੌਜ 'ਤੇ ਸਾਨੂੰ ਕਨਫੀਡੈਂਸ ਆ। ਅਸੀਂ ਤਾਂ ਹੀ ਪਾਇਆ ਇਹ ਮੈਸੇਜ ਹੀ ਸਾਡੇ ਕੇਡਰ ਨੂੰ ਹੈ। ਅਸੀਂ ਜਿਹੜੇ ਨਵੇਂ ਸਾਡੇ 'ਚ ਆਉਂਦੇ ਨੇ ਉਹਨਾਂ ਨੂੰ ਸਮਝਾਉਂਦੇ ਹਾਂ ਵੀ ਭਰਾਵੋ ਜ਼ਾਬਤਾ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਜਦੋਂ ਵੀ ਕਦੇ ਲੜਿਆ, ਹੁਣ ਤੱਕ ਕਦੇ ਵੀ ਲੜਿਆ, ਤੁਹਾਨੂੰ ਹੈਰਾਨੀ ਹੋਊ ਸਾਡੀ ਗੱਲ ਸੁਣ ਕੇ। ਅੱਜ ਤੱਕ ਅਸੀਂ ਜਦੋਂ ਸਾਡੀਆਂ ਬਹੁਤ ਟੱਕਰਾਂ ਹੋਈਆਂ ਨੇ, ਸਾਡੇ ਨੁਕਸਾਨ ਵੀ ਹੋਏ ਨੇ। ਸਾਡੇ ਮੇਰੇ ਖਿਆਲ 'ਤੇ 10-15 ਬੰਦੇ ਸ਼ਹੀਦ ਹੋ ਗਏ, ਟੱਕਰਾਂ 'ਚ ਸ਼ਹੀਦ ਹੋਏ ਨੇ। ਪਰ ਅਸੀਂ ਜਦੋਂ ਵੀ ਕਦੇ ਹਿੰਮਤ ਲਈ ਵੀ ਟੱਕਰ ਲੈਣੀ ਹੈ, ਅਸੀਂ ਕਦੇ ਪਿੱਛੇ ਨਹੀਂ ਮੁੜੇ। ਪੁਲਿਸ ਨੂੰ ਅਤੇ ਫੌਜ ਨੂੰ ਭੱਜਣਾ ਪੈਂਦਾ, ਪਰ ਹਰ ਵਾਰ ਸਾਡਾ ਇਹ ਪੈਂਤੜਾ ਨਹੀਂ ਹੁੰਦਾ। ਅੱਜ ਅਸੀਂ ਕਿਹਾ ਵੀ ਅੱਜ ਵੱਡੀਆਂ ਭੀੜਾਂ, ਵੱਡੇ ਇਕੱਠ ਅਤੇ ਵੱਡੀ ਇਸ ਲਾਮਬੰਦੀ ਨੂੰ ਹੋਰ ਵੱਡਾ ਕਰਨ ਦੀ ਲੋੜ ਹੈ। ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ, ਇਹ ਕਿਸੇ ਧਰਮ ਦਾ ਮਸਲਾ ਨਹੀਂ, ਕਿਸੇ ਜਾਤ ਦਾ ਮਸਲਾ ਨਹੀਂ, ਇਹ ਇੱਕ ਕਿੱਤੇ ਦਾ ਮਸਲਾ, ਸਾਡੇ ਬੱਚਿਆਂ ਦੀ ਰੋਟੀ ਦਾ ਮਸਲਾ ਹੈ। ਇਹ ਛੋਟੀ ਲੜਾਈ ਨਹੀਂ ਹੈ, ਇਹ ਬਹੁਤ ਵੱਡੀ ਲੜਾਈ ਹੈ। ਇੱਕ ਸਾਮਰਾਜੀ ਸਿਸਟਮ ਨਾਲ ਟੱਕਰ ਹੈ, ਇੱਕ ਵੱਡੀ ਤਾਕਤ ਨਾਲ ਟੱਕਰ ਹੈ। ਨੀਤੀਆਂ ਮੋੜਨੀਆਂ ਨੇ। ਇਹਨੂੰ ਛੋਟੀਆਂ ਗੱਲਾਂ, ਜੇ ਕਿਸੇ ਨੇ ਇਹਨੂੰ ਛੋਟੀ ਗੱਲ ਅੰਗ ਲਈ ਉਹ ਧੋਖੇ 'ਚ ਹੈ। ਇਹ ਬਹੁਤ ਵੱਡੀ ਲੜਾਈ ਹੈ ਜਿਹੜੀ ਹੁਣ ਆਪਾਂ ਨੂੰ ਵਾਰ-ਵਾਰ ਕਹਿੰਦੇ ਯਾਰ ਇੰਨੇ ਦਿਨ ਬੈਠੇ ਹੋ ਗਏ, ਕਾਨੂੰਨ ਰੱਦ ਤਾਂ ਹੋਏ ਨਹੀਂ, ਵੀ ਇਹ ਨਹੀਂ ਹੁੰਦੇ ਰੱਦ। ਅਸੀਂ ਕਹਿ ਕੇ ਲਿਆਂਦਾ ਵੀ ਇਹ ਹਫ਼ਤਿਆਂ ਦੀ ਲੜਾਈ ਨਹੀਂ, ਨਾ ਹੀ ਮਹੀਨਿਆਂ ਦੀ ਹੈ, ਇਹ ਤਾਂ ਸਾਲਾਂ ਦੀ ਲੜਾਈ ਹੈ। ਇਹ ਤਾਂ ਬਹੁਤ ਵੱਡੀ ਲੜਾਈ ਹੈ। ਆਪਾਂ ਨੇ ਤਾਂ ਬਹੁਤ ਕੁਝ ਜਿੱਤ ਲਿਆ, ਜਿਹੜਾ ਰਹਿੰਦਾ ਜਿੱਤ ਲਾਂਗੇ। ਇਸ ਕਰਕੇ ਜਿਹੜਾ ਪੇਜ 'ਤੇ ਪਾਇਆ ਸੀ ਜ਼ਾਬਤੇ ਵਾਲਾ, ਇਹ ਤਾਂ ਸਾਡੇ ਕੇਡਰ ਨੂੰ ਹੈ ਐਂ ਦੱਸਿਆ ਵੀ ਐਂ ਹੋ, ਆਹ ਬਣੋ, ਇਹ ਬਣਨ ਦੀ ਲੋੜ ਹੈ। ਇੱਕ ਹਲਕੇ ਸੁਭਾਅ ਵਾਲੀ ਗੱਲ ਜੀ ਕਰਦਾ ਵੀ ਤੁਹਾਡੀ ਪਰ ਆਹ ਜ਼ਾਬਤਾ ਇੰਨਾ ਕਿਵੇਂ ਲਿਆਂਦਾ? ਸਾਰੇ ਕਾਡਰ 'ਚ ਕੋਈ ਐਂ ਵੀ ਨਹੀਂ ਦੱਸਦਾ ਵੀ ਪ੍ਰਧਾਨ ਜੀ ਕਿੱਥੇ ਰਹਿੰਦੇ ਆ।
ਇਹ ਨਾ ਹੁਣ ਕੇਡਰ ਨੂੰ ਸਿਖਾਈ ਦਾ ਸਾਰਿਆਂ ਨੂੰ ਇਹ ਦੱਸੀਦਾ। ਵੈਸੇ ਤਾਂ ਇਹ ਹੈ ਵੀ ਕਿਉਂਕਿ ਦੇਖੋ ਤੁਸੀਂ ਜਿਹੜੇ ਮੀਡੀਆ ਵਾਲੇ ਸਾਨੂੰ ਜਾਣਦੇ ਨੇ ਉਹਨਾਂ ਤੇ ਖੁੱਲ੍ਹਦਲੀ ਨਾਲ ਕੇਡਰ ਦੱਸ ਦਿੰਦੇ ਨੇ ਵੀ ਪ੍ਰਧਾਨ ਜੀ ਕਿੱਥੇ ਆ, ਕਿਉਂਕਿ ਮੀਡੀਆ ਦੇ ਰੂਪ ਦੇ ਵਿੱਚ ਜੇ ਕੋਈ ਬੰਦਾ ਇੰਟੈਲੀਜੈਂਸੀ ਵਾਲਾ ਆ ਕੇ ਪੁੱਛਦਾ ਵੀ ਕਿੱਥੇ ਨੇ ਪ੍ਰਧਾਨ ਜੀ, ਨਹੀਂ ਦੱਸਦੇ। ਇੱਥੇ ਕੀ ਆ, ਤੁਸੀਂ ਕਿਤੇ ਵੀ ਜਾਏ ਚਲੇ ਜਾਓ, ਮੈਂ ਸਟੇਜ ਤੇ ਬੈਠਾ ਹੋਊਗਾ, ਸਟੇਜ ਦੇ ਕੋਲੇ ਵੀ ਨਹੀਂ ਤੁਹਾਨੂੰ ਦੱਸਣਗੇ ਵੀ ਕਿੱਥੇ ਆ ਪ੍ਰਧਾਨ ਜੀ। ਇਸ ਕਰਕੇ ਇਹ ਟ੍ਰੇਨਿੰਗ ਦੀ ਹੋਏ, ਇਹ ਨਹੀਂ ਸਾਡੇ ਬੰਦਿਆਂ ਨੂੰ ਮਹਿਸੂਸ ਨਹੀਂ ਕਰਦੇ। ਸਾਡੇ ਬੰਦੇ ਜਿਹੜੇ ਆਪਦੇ ਹੁੰਦੇ ਨੇ ਸਾਡੇ ਜਾਣ ਵਾਲੇ ਨੇ, ਉਹ ਵੀ ਨਹੀਂ ਮਹਿਸੂਸ ਕਰਦੇ ਵੀ ਯਾਰ ਸਾਨੂੰ ਪ੍ਰਧਾਨ ਜੀ ਅੰਦਰ ਬੈਠਾ ਜੀ ਤੁਸੀਂ ਦੱਸਿਆ ਨਹੀਂ ਸਾਨੂੰ, ਉਹ ਮਹਿਸੂਸ ਨਹੀਂ ਕਰਦੇ। ਉਹਨਾਂ ਨੂੰ ਉਹ ਸਗੋਂ ਖੁਸ਼ ਹੁੰਦੇ ਨੇ ਵੀ ਯਾਰ ਐਡੀ ਛੋਟੀ ਸਿੱਕਟ, ਐਡੀ ਛੋਟੀ ਤਕੜਾਈ। ਇੱਥੇ ਗੇਟ ਤੇ ਮੁੰਡਾ ਵਲੰਟੀਅਰ ਖੜਾ, ਰਾਤ ਨੂੰ ਵੀ ਖੜ੍ਹਦੇ ਨੇ, 3 ਬੰਦੇ ਹੁਣ ਖੜੇ ਆ, ਸਾਰੀ ਰਾਤ ਰਹਿਣਗੇ ਇੱਥੇ ਉਹ। ਯਾਨੀ ਉਹ ਨਹੀਂ ਦੱਸਣਗੇ ਤੁਹਾਨੂੰ, ਉਹ ਪੁੱਛਣਗੇ ਪਹਿਲਾਂ ਵੀ ਤੁਸੀਂ ਕਿੱਥੋਂ ਆਏ ਹੋ, ਕਿਵੇਂ ਮਿਲਣਾ। ਫਿਰ ਉਹ ਮੈਨੂੰ ਸੁਨੇਹਾ ਲਾਉਣਗੇ ਅੰਦਰ ਜੇ ਮੈਂ ਹੋਊਗਾ ਵੀ ਜੀ ਤੁਹਾਨੂੰ ਫਲਾਣੇ ਪਿੰਡ ਤੋਂ ਫਲਾਣੇ ਬੰਦੇ ਮਿਲਣੇ ਨੇ ਇਹ ਜਿਹੜੇ। ਫਿਰ ਮੈਂ ਕਹਿੰਦਾ ਵੀ ਭੇਜ ਦੇ ਯਾਰ, ਆਪਣੇ ਬੰਦੇ ਖੜੇ ਨੇ ਮਿਲਣ ਵਾਸਤੇ। ਐ ਨਹੀਂ ਵੀ ਕਿਸੇ ਨੂੰ ਨਹੀਂ ਭੇਜਦੇ, ਜਾਂ ਉੱਥੇ ਬਿਠਾ ਲੈਣਗੇ ਉਹ। ਯਾਨੀ ਇਹੀ ਸਿਖਾਉਣਾ ਹੁੰਦਾ ਇਹਨਾਂ ਨੂੰ। ਨਾ ਸਾਡੇ ਮੁਲਾਜ਼ਮ ਨੇ ਦੇਖੋ, ਨਾ ਇਹਨਾਂ ਨੂੰ ਅਸੀਂ ਨੌਕਰੀ ਦਿੰਦੇ ਹਾਂ, ਸਾਡਾ ਇੱਕ ਦੂਜੇ ਨਾਲ ਪਿਆਰ ਆ, ਸਾਡੇ ਇੱਕ ਦੂਜੇ ਦੇ ਭਰੋਸਾ। ਇਸ ਕਰਕੇ ਉਹ ਆਪਣੀ ਡਿਊਟੀ ਕਰਦੇ ਨੇ। ਮੈਂ ਵੀ ਦੇਖੋ ਸਵੇਰ ਦਾ ਉੱਠਿਆ ਹੋਇਆ, ਰਾਤ ਨੂੰ 10-12 ਵਜੇ ਜਾ ਕੇ ਪਾਊਂਗਾ, 11 ਵਜੇ ਤੱਕ ਤਾਂ 10 ਵਜੇ ਤੱਕ ਤਾਂ ਮੇਰੇ ਇੰਟਰਵਿਊ ਚਲੇ ਜਾਂਦੇ ਨੇ। ਉਸ ਤੋਂ ਬਾਅਦ ਰੋਟੀ ਖਾ ਕੇ ਫਿਰ ਜਾ ਕੇ ਮੀਟਿੰਗ ਕਰਨੀ ਹੁੰਦੀ ਹੈ। ਨਹੀਂ ਸਾਨੂੰ ਵੀ ਦੱਸ ਦਿਓ ਜਦੋਂ ਕੋਈ ਇੱਕਦਮ ਜ਼ਰੂਰੀ ਹੈ। ਨਹੀਂ ਮੇਰੇ 2 ਸਵਾਲ ਹੋਰ ਆ ਗਏ, ਜੇ ਤੁਹਾਨੂੰ ਜ਼ਿਆਦਾ ਖਿੱਚਿਆ ਤਾਂ ਕੋਈ ਨਹੀਂ, ਮੈਂ ਉਸ ਹਿਸਾਬ ਨਾਲ ਕਰ ਲੂੰਗਾ। ਇੱਕ ਸਵਾਲ ਇਹ ਉੱਠਦਾ ਵੀ ਹੁਣ 26 ਨੂੰ ਫਿਰ ਤੁਹਾਡਾ ਕੀ ਆ, ਤੁਸੀਂ ਕੀ ਸੋਚਦੇ ਹੋ 26 ਨੂੰ ਹੋਣਾ ਕੀ ਚਾਹੀਦਾ, ਕਿੱਥੋਂ ਤੱਕ ਜਾਣਾ ਚਾਹੀਦਾ? ਕੀ ਜੇ ਰੋਕਦੀ ਆ ਪੁਲਿਸ, ਉਹ ਬੈਰੀਗੇਡ ਤੋੜਨੇ ਚਾਹੀਦੇ ਆ ਜਾਂ ਉੱਥੇ ਹੀ ਬੈਠਣਾ? ਤੁਸੀਂ ਕੀ ਸੋਚਦੇ? ਦੇਖੋ ਜਿਹੜਾ ਇਹ ਘੋਲ ਹੈ, ਇਹਦੇ 'ਚ ਕਿਸੇ ਇੱਕ ਜਥੇਬੰਦੀ ਦੀ ਇੱਛਾ ਨਹੀਂ ਚੱਲਦੀ। ਸਾਡੀ ਇੱਛਾ ਕੀ ਹੈ? ਸਾਡੀ ਕੋਈ ਇੱਛਾ ਹੋ ਸਕਦੀ ਹੈ, ਸਾਡੀ ਇੱਛਾ ਨਹੀਂ ਚੱਲ ਸਕਦੀ ਇੱਥੇ, ਕਿਉਂਕਿ ਜੇ ਇੱਛਾ ਚਲਾਉਣੀ ਫਿਰ ਇਹ ਇਕੱਠ ਨਹੀਂ ਰਹਿੰਦਾ। ਇਸ ਕਰਕੇ ਇਹ ਘੋਲ ਦੇ ਵਿੱਚ 500 ਜਥੇਬੰਦੀ ਹੈ। 500 ਜਥੇਬੰਦੀ 'ਚ ਕਿਸੇ ਦੀ ਇੱਛਾ ਨਾਕਾ ਤੋੜਨ ਨੂੰ ਕਰਦੀ ਹੈ, ਕਿਸੇ ਦੀ ਇੱਛਾ ਪਰੇਡ ਗਰਾਊਂਡ ਜਾਣ ਨੂੰ ਕਰਦੀ ਹੈ, ਕਿਸੇ ਦੀ ਇੱਛਾ ਮਾਰਚ ਕਰਨ ਨੂੰ ਕਰਦੀ ਹੈ। ਇੱਛਾ ਨਹੀਂ ਇੱਥੇ ਚੱਲਦੀ। ਘੋਲ ਦੇ ਪੱਖ 'ਚ ਕੀ ਹੈ, ਘੋਲ ਦੇ ਹਿੱਤ 'ਚ ਕੀ ਹੈ, ਲੋਕਾਂ ਦੇ ਹਿੱਤ 'ਚ ਕੀ ਹੈ, ਇਹ 'ਤੇ ਬਹਿਸ ਹੋ। ਇਹ 'ਤੇ ਬਹਿਸ ਹੋ ਕੇ ਜਿਹੜੀ ਗੱਲ ਨਿਤਰੂਗੀ ਉਹ ਸਾਨੂੰ ਸਾਡੀ ਮਰਜ਼ੀ ਹੋਵੇ ਭਾਵੇਂ ਨਾ ਹੋਵੇ। ਅਸੀਂ ਚਾਹੁੰਦੇ ਹੋਈਏ ਨਾਕਾ ਤੋੜਨ, ਅਸੀਂ ਫਿਰ ਵੀ ਨਹੀਂ ਤੋੜ ਸਕਦੇ, ਕਿਉਂਕਿ ਅਸੀਂ ਜੇ ਇੱਕ ਇਕੱਠੇ ਰੱਖਣਾ। ਜੇ ਹੁਣ ਤੁਹਾਡੀ ਤੇ ਮੇਰੀ ਸੁਰ ਮਿਲਾਉਣੀ ਹੈ ਤਾਂ ਮੈਨੂੰ ਤੁਹਾਡੇ ਮੁਤਾਬਕ ਕੁਛ, ਤੁਹਾਨੂੰ ਮੇਰੇ ਮੁਤਾਬਕ ਕੁਛ ਨਾ ਕੁਛ ਢਲਣਾ ਪਊਗਾ। ਇਹ ਜਥੇਬੰਦੀਆਂ ਦੇ ਕਾਇਦੇ ਕਾਨੂੰਨ ਨੇ, ਇਹ ਅਸੂਲ ਨੇ। ਇਸ ਕਰਕੇ ਜਥੇਬੰਦੀਆਂ ਅਸੀਂ ਬੇਸ਼ੱਕ ਉਹਨਾਂ ਦੇ ਫੋਰਮ ਦੇ ਵਿੱਚ ਸ਼ਾਮਲ ਨਹੀਂ, ਪਰ ਇਸ ਘੋਲ ਦੇ ਵਿੱਚ ਅਸੀਂ 500 ਜਥੇਬੰਦੀਆਂ ਵਿੱਚ ਸ਼ਾਮਲ ਨਹੀਂ, ਅਸੀਂ 31 ਜਥੇਬੰਦੀਆਂ ਵਿੱਚ ਸ਼ਾਮਲ ਨਹੀਂ। ਅਸੀਂ ਅੱਡ ਉਹਨਾਂ ਨਾਲ ਜ਼ਰੂਰ ਹਾਂ, ਪਰ ਅਸੀਂ ਇਸ ਘੋਲ ਦੇ ਵਿੱਚ ਜਿਹੜਾ ਵੀ ਫੈਸਲਾ ਜਥੇਬੰਦੀਆਂ ਕਰਨਗੀਆਂ ਉਹ ਤੋਂ 1 ਇੰਚ ਬਾਹਰ ਨਹੀਂ ਚੱਲਣਾ। ਇਹੀ ਮੈਂ ਜਿਵੇਂ ਕਿਹਾ ਸਾਡੀ ਫੌਜ ਨੂੰ ਕਿਹਾ ਵੀ ਜਾਬ 'ਤੇ ਚੱਲਣਾ, ਸਬਰ ਦਾ ਵੇਲਾ, ਤੁਸੀਂ ਤੱਤੇ ਨਾ ਲੱਗਿਆ ਕਰੋ। ਆਹ ਹੁਣ ਤੋੜ ਦਿੰਦੇ ਜੀ ਨਾਕਾ, ਹੁਣ ਭੰਨ ਦਿੰਦੇ ਜੀ ਨਾਕਾ। ਨਾਕਾ ਟੁੱਟਣਾ ਕਿਉਂ, ਟੁੱਟਣਾ ਕਿ ਨਹੀਂ ਟੁੱਟਣਾ, ਤੋੜਨਾ ਕਿ ਨਹੀਂ ਤੋੜਨਾ, ਕਦੋਂ ਤੋੜਨਾ, ਕੀ ਕਰਨਾ ਕੀ ਨਹੀਂ ਕਰਨਾ, ਜਥੇਬੰਦੀਆਂ ਦੇ ਵਿੱਚ ਜਿਹੜਾ ਪਾਸ ਹੋਊਗਾ ਉਹੀ ਕਰਨਾ ਹੈ। ਇਸੇ ਨੂੰ ਜਾਬਤਾ ਕਹਿੰਦੇ ਨੇ, ਇਸੇ ਦੀ ਸ਼ਲਾਘਾ ਹੁੰਦੀ ਆ ਮਗਰੋਂ ਵੀ ਯਾਰ ਇਹ ਸਭ ਕੁਝ ਕਰ ਸਕਦੇ ਸੀ, ਪਰ ਇਹ ਜਥੇਬੰਦੀਆਂ ਦੇ ਕਹਿਣੇ ਤੋਂ ਬਾਹਰ ਨਹੀਂ ਹੋਏ। ਇਹ ਜਾਬਤਾ ਰੱਖਣਾ ਬਹੁਤ ਜ਼ਰੂਰੀ ਹੈ। ਇੰਨੇ ਲੋਕ ਤੁਹਾਡੇ ਕਹਿਣ ਤੇ ਆਏ ਆ, ਨੌਜਵਾਨ ਜਿਨ੍ਹਾਂ ਨੇ ਕਦੇ ਜ਼ਿੰਦਗੀ 'ਚ, ਮੈਨੂੰ ਨਹੀਂ ਲੱਗਦਾ ਉਹ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਸ਼ਾਇਦ ਪਿੰਡ 'ਚ ਵੀ ਕੋਈ ਧਰਨਾ ਲੱਗਦਾ ਹੋਵੇ ਉੱਥੇ ਵੀ ਨਹੀਂ ਗਏ ਹੋਣੇ, ਅੱਜ ਇੱਥੇ ਆ ਕੇ ਬੈਠੇ ਆ। ਪ੍ਰੈਸ਼ਰ ਮਹਿਸੂਸ ਹੁੰਦਾ ਵੀ ਯਾਰ ਇਹਨਾਂ ਨੂੰ ਜਿਵੇਂ ਲਿਆਂਦੇ ਆ ਲੈ ਕੇ ਵੀ ਜਾਣ। ਤੁਸੀਂ ਦੇਖਿਓ ਜਾ ਕੇ ਪੁੱਛ ਲਿਓ ਨੌਜਵਾਨਾਂ ਨੂੰ ਜਿੰਨੇ ਇੱਥੇ ਆਏ ਨੇ, ਪਹਿਲਾਂ ਅੱਗ ਵਾਂਗੂ ਤਪਦੇ ਫਿਰਦੇ, ਛਾਲਾਂ ਮਾਰਦੇ, ਟਪੂਸੀਆਂ ਮਾਰਦੇ ਵੀ ਟੱਪ ਜੀ ਦਿੱਲੀ ਨੂੰ। ਜਿਹਨੇ ਹੁਣ ਨਹੀਂ ਤੁਹਾਨੂੰ ਕਹਿਣਗੇ ਉਹ, ਕਿਉਂਕਿ ਉਹਨਾਂ ਨੂੰ ਸਾਡੇ ਤੇ ਭਰੋਸਾ ਹੈ, ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ, ਸਾਡੀ ਗੱਲ ਮੰਨਦੇ ਨੇ, ਸਾਡੀ ਗੱਲ ਸੁਣਦੇ ਨੇ। ਜਦੋਂ ਹੁਣ ਅਸੀਂ ਇੱਕ ਇਹ ਨਹੀਂ ਵੀ ਅਸੀਂ ਵੀ ਸਟੇਜ ਤੋਂ ਬੋਲ ਦਿੰਦੇ ਹਾਂ, ਅਸੀਂ ਜ਼ਿਲ੍ਹੇ ਦੀ ਮੀਟਿੰਗਾਂ ਲਾਈਆਂ ਨੇ, ਫਿਰ ਬਲਾਕਾਂ ਦੀਆਂ ਮੀਟਿੰਗਾਂ ਲਾਈਆਂ, ਫਿਰ ਪਿੰਡਾਂ ਦੀਆਂ ਮੀਟਿੰਗਾਂ ਲਾਈਆਂ ਨੇ, ਨੌਜਵਾਨਾਂ ਦੀਆਂ ਮੀਟਿੰਗਾਂ ਲਈ। ਗੱਲ ਕਿਹੜੀ 'ਚ ਫਾਇਦਾ, ਕਿਹੜੀ ਗੱਲ ਕਰਦੀ ਹੈ, ਕਦੋਂ ਕਿਹੜੀ ਗੱਲ ਕਰਨੀ ਹੁੰਦੀ ਹੈ। ਗੁਰੂਆਂ ਨੇ ਸਿਖਾਏ ਆ, ਪਹਿਲਾਂ ਗੁਰੂਆਂ ਨੇ ਬਥੇਰੇ ਜ਼ਬਰ ਝੱਲੇ ਆ, ਤਸ਼ੱਦਦ ਝੱਲਿਆ, ਰਾਜੇ ਮਹਾਰਾਜ ਨੇ। ਜਦੋਂ ਸਿਖਰ ਆ ਜਾਂਦੀ ਹੈ ਗੱਲ ਕਿਤੇ, ਫਿਰ ਜਾ ਕੇ ਉਹ ਹੁਣ ਨਹੀਂ ਕੋਈ, ਹੁਣ ਤਾਂ ਆਹ ਕਰਨਾ ਪੈਣਾ, ਉਹ ਵੀ ਕਰਦੇ ਹਾਂ ਅਸੀਂ। ਐ ਨਹੀਂ ਵੀ ਅਸੀਂ ਵੀ ਗਾਂਧੀਵਾਦੀ ਹਾਂ, ਅਸੀਂ ਲੜਦੇ ਹਾਂ, ਸੰਘਰਸ਼ ਕਰਦੇ ਹਾਂ, ਟੱਕਰਾਂ ਨੇ ਸਾਡੇ ਬਥੇਰੀ ਵਾਰੀ ਗੋਲੀ ਚੱਲਿਆ, ਬੰਦੇ ਵੀ ਮਰੇ ਆ। ਐ ਨਹੀਂ ਵੀ ਅਸੀਂ ਕਰਦੇ ਨਹੀਂ, ਪਰ ਇਸ ਘੋਲ ਦੇ ਵਿੱਚ ਸਾਨੂੰ ਉਹਨਾਂ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ ਨਾਲ ਚੱਲਣਾ ਪਊਗਾ, ਆਪਦੀ ਸੁਰ ਮਿਲਾ ਕੇ। ਇਹਦੇ 'ਚ ਹੀ ਸਾਡੀ ਜਿੱਤ ਹੈ। ਫਿਰ ਪੰਜਾਬ 'ਚ ਇਹੋ ਜਿਹੀ ਤਿਆਰੀ ਕਿਉਂ ਹੋ ਰਹੀ ਆ? ਕਿੱਥੇ ਕਮਣੀ, ਮਤਲਬ ਇਹ ਗੱਲਬਾਤ 'ਚ ਫਰਕ ਕਿੱਥੇ ਰਹਿ ਗਿਆ, ਸਮਝਾਉਣ 'ਚ ਕਿੱਥੇ ਆ ਗਈ? ਫਿਰ ਇੱਥੇ ਕੁਛ ਹਿੱਸੇ ਹੈਗੇ ਆ ਇਹ ਗੱਲ ਦੇ, ਜਿਹੜੇ ਹਿੱਸੇ ਮਤਲਬ ਤੱਤਾ ਬੋਲਣ ਦਾ ਸੁਭਾਅ, ਤੱਤਾ ਕਰਨ ਦਾ ਸੁਭਾਅ। ਕੁਝ ਹਿੱਸੇ ਇਹੋ ਜਿਹੇ ਵੀ ਨੇ ਜਿਹੜੇ ਲੀਡਰਸ਼ਿਪ ਨੂੰ ਨਹੀਂ ਮੰਨਦੇ, ਕੁਝ ਹਿੱਸੇ ਇਹੋ ਜਿਹੇ ਨੇ ਜਿਹੜੀ ਜਥੇਬੰਦੀਆਂ ਦੇ ਵਿੱਚ ਹੈ ਹੀ ਨਹੀਂ, ਜਥੇਬੰਦੀਆਂ ਦੇ ਵਿੱਚ ਨਹੀਂ ਹੈਗੇ, ਬਾਹਰ ਨੇ। ਉਹ ਇਹ ਕਹਿੰਦੇ ਨੇ ਇਹ ਲੀਡਰ ਉੱਥੇ ਰੋਟੀਆਂ ਖਾਈ ਬੈਠੇ ਜਾਂਦੇ ਨੇ, ਨਾਕਾ ਕਿਉਂ ਨਹੀਂ ਤੋੜਦੇ। ਹੁਣ ਇੱਥੇ ਕਿੰਨੀ ਗਿਣਤੀ 'ਚ ਬੱਚੇ ਨੇ, ਘੱਟੋ ਘੱਟ ਤੁਸੀਂ ਇਹ ਸਾਡੇ ਟਿੱਕਰੀ ਵਾਲੇ 'ਚ ਦੇਖੋ, 3000 ਔਰਤਾਂ ਇੱਥੇ, ਬੱਚੇ ਵੀ ਵਿੱਚ ਨੇ, ਬੁੱਢੀਆਂ ਵੀ ਵਿੱਚ ਨੇ, 95 85 85 80 ਸਾਲ ਦੇ ਬੁੱਢੇ ਵਿੱਚ ਨੇ। ਉਹ ਇੰਨੇ ਇਕੱਠ ਦੇ ਵਿੱਚ, ਇੰਨੇ ਇਕੱਠ ਨੂੰ ਅਸੀਂ ਮਤਲਬ ਇਹ
ਇਹ ਬੋਚ ਕੇ ਰੱਖਣਾ, ਬਚਾ ਕੇ ਰੱਖਣਾ, ਇਹ ਤਾਂ ਧਿਆਨ 'ਚ ਕਿਸੇ ਦੇ ਹੈ ਨਹੀਂ ਵੀ ਇੰਨੇ ਇਕੱਠ ਦੇ ਉੱਤੇ ਵੈਸੇ ਬੈਠਿਆਂ ਤੇ ਸਾਡੇ ਤੇ ਕੋਈ ਹੱਲਾ ਕਰਦੇ, ਸਰਕਾਰ ਹੱਲਾ ਬੋਲਦੇ ਠਾਉਣ ਦੀ ਖਾਤਰ, ਉਹ ਚੱਲਣ ਨੂੰ ਅਸੀਂ ਤਿਆਰ ਹਾਂ, ਉਹਦਾ ਸਾਹਮਣਾ ਕਰਾਂਗੇ। ਪਰ ਅਸੀਂ ਕਿਸੇ ਹਿੰਸਕ ਹੋ ਜਾਈਏ, ਅਸੀਂ ਕੋਈ ਕਾਰਵਾਈ ਇਹ ਕਰ ਦਈਏ, ਇਹ ਜਿਹੜੀ ਇਹ ਪਿੱਛੇ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਜਿਨ੍ਹਾਂ ਨੇ ਇਹ ਕਾਲੇ ਦੌਰ ਦੇਖੇ ਨਹੀਂ ਹੋਏ, ਜਿਨ੍ਹਾਂ ਨੇ ਤੱਤੇ ਠੰਡੇ ਦੇਖੇ ਨਹੀਂ ਹੋਏ, ਉਹ ਲੋਕ ਕਰ ਲੈਂਦੇ ਹੋਣੇ ਫੈਸਲਾ, ਕਿਉਂਕਿ ਇਹ ਲੜਾਈ ਹੈ। ਇਸ ਲੜਾਈ ਦੇ ਵਿੱਚ ਜੇ ਸਾਰੇ ਲੋਕ ਲੜੇ ਨੇ ਤਾਂ ਸਾਰਿਆਂ ਲੋਕਾਂ ਦਾ ਖਿਆਲ ਤਾਂ ਰੱਖਣਾ ਪਊਗਾ। ਉਹ ਜਿਹੜੀ ਗਰਮ ਭਾਸ਼ਣ ਦਿੰਦੇ ਨੇ ਉਹਨਾਂ ਨੇ ਖੜਨਾ ਨਹੀਂ ਹੁੰਦਾ, ਉਹ ਅੱਗ ਲਾਓ ਡੱਬੂ ਕੰਨ ਤੇ ਵਾਲੀ ਗੱਲ ਹੈ। ਜਿਹੜੇ ਸਰਕਾਰ ਦੇ ਲਈ ਸਭ ਤੋਂ ਇਹੋ ਜਿਹੇ ਅੰਦੋਲਨ ਦੇ ਵਿੱਚ ਕੀ ਤਾਕਤ ਵਾਲੀ ਚੀਜ਼ ਹੁੰਦੀ ਹੈ ਵੀ ਇਹ ਹਿੰਸਕ ਹੋ ਜੇ, ਉਹਨਾਂ ਲਈ ਇਹ ਸਭ ਤੋਂ ਕਮਜ਼ੋਰ ਕੜੀ ਹੁੰਦੀ ਹੈ, ਜਾਨੀ ਜੇ ਐਡਾ ਵੱਡਾ ਇਕੱਠ ਹਿੰਸਕ ਹੁੰਦਾ ਸਰਕਾਰ ਦੀ, ਇਹ ਸਰਕਾਰ ਨੂੰ ਅੰਦੋਲਨ ਨੂੰ ਦੱਬਣਾ ਸਭ ਤੋਂ ਸੌਖਾ ਹਿੰਸਕ ਹੋਣਾ। ਕਿਉਂਕਿ ਦੂਜਾ ਤਾਂ ਉਹਨਾਂ ਕੋਲੇ ਆਪਸ਼ਨ ਮੈਨੂੰ ਨਹੀਂ ਲੱਗਦਾ ਇਸ ਅੰਦੋਲਨ 'ਚ ਹੈਗਾ ਵੀ ਕੋਈ ਕਿਸੇ ਲੀਡਰ ਨਾਲ ਗੱਲ ਕਰ ਲੈਣਗੇ ਵੀ ਤੂੰ ਸੌਫਟ ਹੋ ਜਾ, ਉਹ ਤਾਂ ਚੀਜ਼ ਬੱਸੋਂ ਬਾਹਰ ਹੋ ਚੁੱਕੀ ਆ। ਹੁਣ ਲੀਡਰਸ਼ਿਪ ਜੇ 9 ਮੀਟਿੰਗਾਂ ਤੋਂ ਬਾਅਦ ਵੀ ਸਾਰੇ ਖੜੇ ਆ, ਇਹਦਾ ਮਤਲਬ ਤਾਂ ਹੁਣੇ ਖੜਨਗੇ, ਇਹ ਤਾਂ ਗਾਂ ਤੱਕ ਜਾਣਗੇ, ਇਹ ਤਾਂ ਖੜਨਗੇ, ਇਹ ਗਾਣਗੇ, ਜਿੰਨਾ ਜਾਈ ਜਾਣਗੇ ਗਾਂ ਸਰਕਾਰ ਨੂੰ ਸਿਆਸੀ ਕੀਮਤ ਦੀ ਦੇਣੀ ਪੈ ਰਹੀ ਹੈ। ਦੇਖੋ ਇਹਦੇ 'ਚ ਬੀਜੇਪੀ ਦੇ ਵਿੱਚ ਹੁਣ ਬੀਜੇਪੀ ਦੀ ਇੱਥੇ ਹਰਿਆਣੇ 'ਚ ਬੁਰੀ ਹਾਲ ਹੈ, ਜਿੰਨੇ ਟੋਲ ਪਲਾਜ਼ੇ ਨੇ ਫਰੀ ਨੇ ਪੰਜਾਬ ਦੇ ਵਿੱਚ, ਤੁਸੀਂ ਦੇਖਿਆ ਬੀਜੇਪੀ ਦਾ ਕੀ ਹਾਲ ਹੋਇਆ ਵੈ। ਦੂਜੀਆਂ ਸਟੇਟਾਂ ਦੇ ਵਿੱਚ ਹੁਣ ਬਿਹਾਰ ਦੇ ਵਿੱਚ ਵੀ ਇਹਨਾਂ ਦੀ ਖਤਰੇ 'ਚ ਹੋ ਰਿਹਾ, ਇਹਨਾਂ ਦੇ ਅੰਦਰ ਵੀ ਖਤਰਾ ਖੜਾ ਹੋ ਰਿਹਾ ਹੈ। ਅਤੇ ਹੁਣ ਆਪਣੇ ਇਹਨਾਂ ਦੀ ਕੋਰਟ ਤੇ ਇਹਨਾਂ ਦਾ ਸਾਰਾ ਕਬਜ਼ਾ ਹੈਗਾ, ਕੋਰਟ ਨੂੰ ਵੀ ਇਹ ਕਹਿਣਾ ਪੈ ਗਿਆ ਵੀ ਹੋਲਡ ਕਰ ਦਿਓ। ਜਾਣੀ ਜਿੰਨੇ ਜੱਜ ਨੇ, ਜਿੰਨੇ ਵਕੀਲ ਨੇ, ਦੂਜੀਆਂ ਕੋਰਟਾਂ ਦੇ ਸਾਰੇ ਰਿਟਾਇਰ ਜੱਜ ਨੇ, ਉਹ ਕਹਿ ਰਹੇ ਨੇ ਵੀ ਤੁਹਾਨੂੰ ਕਾਨੂੰਨ ਵਾਪਸ ਲੈਣੇ ਪੈਂਦੇ ਨੇ। ਦਾਅ ਪੈ ਰਹੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ, ਦਾਅ ਪੈ ਰਹੀ ਹੈ। ਜਾਣੀ ਅੰਦੋਲਨ ਨੂੰ ਜਦੋਂ ਤੱਕ ਹੰਗਾਰਾ ਮਿਲਦਾ ਹੈ, ਇਹਦਾ ਇੱਕੋ ਇੱਕ ਕਾਰਨ ਹੈ ਵੀ ਜੇ ਪੀਸਫੁਲ ਰਿਹਾ ਹੈ। ਤੁਸੀਂ ਬੀਜੇਪੀ ਦੀ ਗੱਲ ਛੇੜਤੀ, ਮੇਰੇ ਤਾਂ ਦਿਮਾਗ 'ਚੋਂ ਨਿਕਲਿਆ ਪਿਆ ਸੀ ਬੀਬੀ ਹੇਮਾ ਮਾਲਿਨੀ ਕਹਿੰਦੀ ਇਹਨਾਂ ਨੂੰ ਏਜੰਡੇ ਨਹੀਂ ਪਤਾ, ਹਾਲਾਂਕਿ 9 ਮੀਟਿੰਗਾਂ ਕਰ ਆਏ ਤੇ ਹਜੇ ਤੱਕ ਸਰਕਾਰ ਨਹੀਂ ਕੁਛ ਵੀ, ਜੇ ਏਜੰਡਾ ਨਹੀਂ ਸੀ ਤਾਂ ਫਿਰ ਸਰਕਾਰ ਦਾ ਏਜੰਡਾ ਕੀ ਉਹ ਵੀ ਨਹੀਂ ਸਮਝਾ ਸਕੀ ਨਾ। ਚਲੋ ਅਸੀਂ ਬੀਬੀ ਨੂੰ ਪੁੱਛ ਲਾਂਗੇ ਵੀ ਤੈਨੂੰ ਤਾਂ ਪਤਾ ਹੋ ਸਾਡੇ ਏਜੰਡੇ ਦਾ, ਸਾਨੂੰ ਤਾਂ ਦੱਸ ਜਾ, ਤੂੰ ਇੱਕ ਦਿਨ ਆ ਕੇ ਇੱਥੇ ਮਾੜਾ ਜਿਹਾ ਇਕੱਠ 'ਚ ਕਹੀਂ ਵੀ ਬੀਬੀ ਨੂੰ ਕਹਿੰਦੇ ਹੇਮਾ ਮਾਲਿਨੀ ਸਾਡੀ ਸਟੇਜ ਦੇ ਦਾਂਗੇ ਉਹਨੂੰ ਵੀ ਇੱਥੇ ਕਹਿ ਕੇ ਜਾਈਏ ਵੀ ਤੁਹਾਨੂੰ ਭਾਈ ਕਾਕਾ ਏਜੰਡੇ ਦਾ ਨਹੀਂ ਪਤਾ, ਸਮਝਾ ਜਿਓ। ਤੁਸੀਂ ਨਹੀਂ ਦੇਖੀਆਂ ਆਪਦੇ ਦੌਰ 'ਚ ਉਹਨਾਂ ਦੀਆਂ ਫਿਲਮਾਂ? ਮੈਂ ਨਹੀਂ ਦੇਖੀ ਕਦੇ ਹੇਮਾ ਮਾਲਿਨੀ ਦੀ ਫਿਲਮ। ਸੋ ਇਹ ਸਾਨੂੰ ਜੋਗਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਨਾਲ ਗੱਲ ਕਰ ਰਹੇ ਸੀ, ਤੇ ਸਪਸ਼ਟ ਇਹਨਾਂ ਦਾ ਕਹਿਣਾ ਕਿ ਤਾਕਤ ਆ ਇਹਦੀ, ਸ਼ਾਂਤਮਈ ਰਹੀਏ। ਤੇ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਬਾਰ-ਬਾਰ ਇਹੀ ਕਹਿਣੇ ਆ, ਸ਼ਾਂਤ ਰਹੋ, ਪੜ੍ਹੋ, ਜਿੰਨੇ ਵੀ ਕਾਨੂੰਨ ਆ, ਜੇ ਨਹੀਂ ਤੁਹਾਡੇ ਕੋਲੇ ਕੋਈ ਮੰਨ ਲਓ ਤੁਹਾਨੂੰ ਮਿਲ ਰਹੇ ਇਹ ਕਾਨੂੰਨ ਪੰਜਾਬੀ 'ਚ ਜਾਂ ਜਿਹੜੀ ਭਾਸ਼ਾ 'ਚ ਤੁਸੀਂ ਚਾਹੁੰਦੇ ਆ, ਅਸੀਂ ਤੁਹਾਨੂੰ ਉਪਲਬਧ ਕਰਵਾਵਾਂਗੇ। ਬਸ ਇਹਨਾਂ ਨੂੰ ਪੜ੍ਹੋ, ਤਰਕ ਨਾਲ ਜਵਾਬ ਦੇਗੇ ਤਰਕ ਦਾ, ਇਹੀ ਸਾਡੀ ਤਾਕਤ ਆ। ਬਹੁਤ ਬਹੁਤ ਧੰਨਵਾਦ ਜੀ।